Hello, welcome to all on my YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਕੁਐਸਚਨ ਸੀਰੀਜ਼ ਆਪਾਂ ਬੇਟਾ ਆਲਰੇਡੀ ਤੁਹਾਡੇ ਲਈ ਸਟਾਰਟ ਕੀਤੀ ਹੋਈ ਆਪਣੇ ਚੈਨਲ ਦੇ ਉੱਪਰ ਫ੍ਰੀ ਆਫ ਕੋਸਟ। ਮੇਰੇ ਟੈਲੀਗ੍ਰਾਮ ਦੇ ਚੈਨਲ ਦੇ ਉੱਪਰ ਜਿੰਦਲ ਕੈਮਿਸਟਰੀ ਕਲਾਸਿਸ ਦੇ ਉੱਪਰ ਡੇਲੀ ਮਾਰਨਿੰਗ ਦੇ ਵਿੱਚ ਮੈਂ ਕੁਐਸਚਨ ਐਡ ਕਰ ਦਿੰਦਾ ਹਾਂ, ਸੋ ਦੈਟ ਤੁਹਾਡੇ ਕੋਲ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤੁਸੀਂ ਉਹ ਕੁਐਸਚਨ ਨੂੰ ਜ਼ਰੂਰ ਅਟੈਂਪਟ ਕਰਿਆ ਕਰੋ ਨਾ। ਕੁਐਸਚਨ ਅਗਰ ਦੇਖੋ ਤੁਹਾਨੂੰ ਕਨਸੈਪਟ ਪਤਾ ਹੈ, ਇਟ ਵਿਲ ਹਾਰਡਲੀ ਟੇਕ 1 ਮਿੰਟ ਟੂ ਅਟੈਂਪਟ ਦਾ ਕੁਐਸਚਨ, है ना। अगर नहीं पता तो उस कंसैप्ट ਨੂੰ ਸਿੱਖਣ ਦੇ ਲਈ ਉਸਦਾ ਪ੍ਰੋਪਰ ਡਿਟੇਲਡ ਸੋਲੂਸ਼ਨ ਵੀਡੀਓ ਮੈਂ ਈਵਨਿੰਗ ਦੇ ਟਾਈਮ ਅਪਲੋਡ ਕਰ ਦਿੰਦਾ ਹਾਂ, ਹੈ ਨਾ। ਤਾਂ ਕੁਐਸਚਨ ਨੂੰ ਜ਼ਰੂਰ ਅਟੈਂਪਟ ਕਰਿਆ ਕਰੋ। 5 ਤੋਂ 10 ਮਿੰਟ ਤੁਹਾਡੇ ਵੀਡੀਓ ਦੇ ਵਿੱਚ ਲੱਗਣਗੇ ਤੁਹਾਨੂੰ ਦੇਖਣ ਦੇ ਵਿੱਚ, ਜਿਹਦੇ ਨਾਲ ਥੋੜਾ ਕੰਸੈਪਟ ਨਾ ਪੱਕਾ ਹੋ ਜਾਏਗਾ ਉਹ ਚੀਜ਼ ਨੂੰ ਲੈ ਕੇ, ਹੈ ਨਾ। ਕੁਐਸਚਨ ਦੇਖਦੇ ਹਾਂ ਅੱਜ ਦਾ ਬੇਟਾ। ਆਪਣਾ ਕੁਐਸਚਨ ਕੀ ਸੀ, ਆਪਣੇ ਕੋਲ ਇੱਕ ਡਾਇਆਟੋਮਿਕ ਮੋਲੀਕਿਊਲ ਹੈ ਜਿਹਦੇ ਵਿੱਚ ਆਪਾਂ ਨੂੰ ਗਿਵਨ ਹੈ ਉਹਦੀ ਮੇਨ ਐਕਸਿਸ ਕੀ ਹੈ, ਤੁਹਾਡੀ ਜ਼ੈਡ ਐਕਸਿਸ ਹੈ। ਤਾਂ ਆਪਾਂ ਦੱਸਣਾ ਸੀ ਜਿਹੜੇ ਪੀ ਤੇ ਪੀ ਆਰਬਿਟਲਸ ਨੇ ਉਹ ਓਵਰਲੈਪ ਕਰਕੇ ਕਿਹੜੇ ਬੌਂਡ ਦੀ ਫੋਰਮੇਸ਼ਨ ਕਰਨਗੇ। ਦੇਖੋ ਇਹਦਾ ਕਰੈਕਟ ਆਨਸਰ ਆਊਗਾ ਤੁਹਾਡਾ ਡੀ ਆਪਸ਼ਨ। ਹੁਣ ਦੇਖੋ ਟੈਲੀਗ੍ਰਾਮ ਚੈਨਲ ਦੇ ਵਿੱਚ ਮੈਂ ਜਦੋਂ ਪੋਲ ਕਰਵਾਇਆ ਤਾਂ ਕਾਫੀ ਸਾਰੇ ਬੱਚਿਆਂ ਨੇ ਇਹਦਾ ਆਨਸਰ ਜੋ ਹੈ, ਮੈਜੋਰਿਟੀ ਆਫ ਦੀ ਬੱਚਿਆਂ ਨੇ ਆਨਸਰ ਇਹਦਾ ਏ ਤੇ ਡੀ ਆਨਸਰ ਟਿਕ ਕੀਤਾ ਹੈ, ਜਿਹਦੇ ਵਿੱਚ ਏ ਨੂੰ ਆਪਣੀਆਂ ਜ਼ਿਆਦਾ ਵੋਟਸ ਮਿਲੀਆਂ ਨੇ। ਤਾਂ ਇਹ ਇੱਥੇ ਆਪਸ਼ਨ ਗਲਤ ਹੈ। ਵੀਡੀਓ ਦੇ ਵਿੱਚ ਤੁਸੀਂ ਹੁਣ ਥਰਲੀ ਦੇਖਿਓ ਕਿ ਇਹ ਗਲਤ ਕਿਉਂ ਹੈ ਨਾ। ਡੀ ਸਹੀ ਆਪਸ਼ਨ ਕੀ ਆਏਗਾ। ਕੰਸੈਪਟ ਕੀ ਹੈ ਆਰਬਿਟਲ ਓਵਰਲੈਪ ਦਾ, ਧਿਆਨ ਰੱਖਣਾ ਬੇਟਾ। ਇੱਕ ਚੀਜ਼ ਦਾ ਧਿਆਨ ਰੱਖਣਾ, ਤੁਹਾਨੂੰ ਪਤਾ ਹੈ ਜਿਹੜੇ ਆਰਬਿਟਲਸ ਹੁੰਦੇ ਨੇ ਉਹਨਾਂ ਕੋਲ ਲੋਬਸ ਹੁੰਦੇ ਨੇ, ਤੇ ਲੋਬਸ ਕੋਲ ਕੀ ਹੁੰਦੇ ਨੇ, ਸਾਈਨਸ ਹੁੰਦੇ ਨੇ, ਜਿਹੜੇ ਆਪਾਂ ਬੋਲਦੇ ਹਾਂ ਸਾਈਨਸ ਆਫ ਦੀ ਵੇਵ ਫੰਕਸ਼ਨ। ਹਮੇਸ਼ਾ ਪਲੱਸ ਨਾਲ ਪਲੱਸ ਓਵਰਲੈਪ ਹੁੰਦਾ ਹੈ, ਨੈਗੇਟਿਵ ਦੇ ਨਾਲ ਨੈਗੇਟਿਵ ਓਵਰਲੈਪਿੰਗ ਹੁੰਦੀ ਹੈ। ਇਹ ਓਵਰਲੈਪ ਹੋ ਸਕਦੇ ਨੇ। ਜਦੋਂ ਇਦਾਂ ਦੀ ਓਵਰਲੈਪਿੰਗ ਹੁੰਦੇ ਨੇ ਤਾਂ ਉਦੋਂ ਤੁਹਾਡੇ ਕੋਲ ਬੌਂਡਿੰਗ ਆਰਬਿਟਲਸ ਬਣਦੇ ਨੇ। ਬੌਂਡਿੰਗ ਆਰਬਿਟਲ ਦੀ ਫੋਰਮੇਸ਼ਨ ਹੁੰਦੀ ਹੈ ਆਈਦਰ ਸਿਗਮਾ ਬੌਂਡ ਬਣੇ ਆਈਦਰ ਪਾਈ ਬਣੇ, ਤਾਂ ਉਦੋਂ ਤੁਹਾਡੇ ਕੋਲ ਬੌਂਡਿੰਗ ਆਰਬਿਟਲਸ ਦੀ ਫੋਰਮੇਸ਼ਨ ਹੁੰਦੀ ਹੈ। ਜਦੋਂ ਬੇਟਾ ਪਲੱਸ ਦੇ ਨਾਲ ਮਾਈਨਸ ਹੁੰਦਾ ਹੈ, ਠੀਕ ਹੈ, ਜਾਂ ਮਾਈਨਸ ਦੇ ਨਾਲ ਪਲੱਸ ਹੁੰਦਾ ਹੈ, ਤਾਂ ਓਵਰਲੈਪਿੰਗ ਉਸ ਟਾਈਮ 'ਤੇ ਪੋਸੀਬਲ ਨਹੀਂ ਹੁੰਦੀ। ਤਾਂ ਉਹਦੇ ਕੋਲ ਤੁਹਾਡੇ ਕੋਲ ਜਿਹੜੀਆਂ ਆਰਬਿਟਲਸ ਬਣਦੀਆਂ ਨੇ ਉਹ ਬਣਦੀਆਂ ਨੇ ਐਂਟੀ ਬੌਂਡਿੰਗ ਆਰਬਿਟਲਸ ਬਣਦੀਆਂ ਨੇ, ਜਿਨ੍ਹਾਂ ਨੂੰ ਆਪਾਂ ਸਿਗਮਾ ਸਟਾਰ ਐਂਟੀ ਬੌਂਡਿੰਗ ਆਰਬਿਟਲਸ, ਪਾਈ ਸਟਾਰ ਐਂਟੀ ਬੌਂਡਿੰਗ ਮੋਲੀਕੂਲਰ ਆਰਬਿਟਲਸ ਆਪਾਂ ਬੋਲ ਦਿੰਦੇ ਹਾਂ, ਜੋ ਤੁਸੀਂ MOT ਦੇ ਵਿੱਚ ਵੀ ਦੇਖਿਆ ਹੋਣਗੀਆਂ, ਜੋ ਤੁਸੀਂ MO ਡਾਇਗਰਾਮਸ ਬਣਾਉਂਦੇ ਹੋ ਬੇਟਾ ਆਪਣੇ ਡਾਇਆਟੋਮਿਕ ਮੋਲੀਕਿਊਲਸ ਦੇ। ਪਹਿਲਾ ਪੁਆਇੰਟ ਕਲੀਅਰ ਹੈ। ਦੂਸਰਾ, ਜਦੋਂ ਵੀ ਤੁਹਾਡੇ ਆਰਬਿਟਲਸ ਓਵਰਲੈਪ ਕਰਦੇ ਨੇ ਉਹ ਪਰਟੀਕੂਲਰ ਇੱਕ ਐਂਗਲ ਤੇ ਡਾਇਰੈਕਸ਼ਨ ਦੇ ਵਿੱਚ ਓਵਰਲੈਪ ਕਰਦੇ ਨੇ। ਇਹ ਚੀਜ਼ ਦਾ ਧਿਆਨ ਰੱਖਣਾ। ਜਿਵੇਂ ਮੰਨ ਲਓ ਲੈਟਸ ਸਪੋਜ਼ ਤੁਹਾਡੇ ਕੋਲ ਆਹ ਜ਼ੈਡ ਐਕਸਿਸ ਗਿਵਨ ਹੈ, ਦਿਸ ਇਜ਼ ਯੋਰ ਜ਼ੈਡ ਐਕਸਿਸ। ਹੁਣ ਦੇਖੋ ਅਗਰ ਮੈਂ ਗੱਲ ਕਰਾਂ, ਪੂਰਾ ਕੰਸੈਪਟ ਸਮਝਾ ਰਿਹਾ ਹਾਂ ਐਸ ਆਰਬਿਟਲ ਦੀ, ਤਾਂ ਐਸ ਆਰਬਿਟਲ ਤੁਹਾਨੂੰ ਪਤਾ ਹੈ ਸਫੈਰੀਕਲ ਹੁੰਦੀ ਹੈ ਨਾ, ਔਰ ਇਹਦੀ ਸ਼ੇਪ ਦੇ ਜਿਹੜਾ ਦਾ ਲੋਬ ਦਾ ਸਾਈਨ ਹੈ ਉਹ ਹੁੰਦਾ ਪੋਜ਼ਿਟਿਵ। ਤਾਂ ਜਦੋਂ ਐਸ ਦੇ ਨਾਲ ਐਸ ਆਰਬਿਟਲ ਓਵਰਲੈਪ ਕਰਦੀ ਹੈ ਤਾਂ ਪਲੱਸ ਨਾਲ ਪਲੱਸ ਓਵਰਲੈਪ ਪੋਸੀਬਲ ਹੈ। ਤਾਂ ਜਦੋਂ ਪਲੱਸ ਨਾਲ ਪਲੱਸ ਓਵਰਲੈਪ ਹੁੰਦਾ ਹੈ ਤਾਂ ਇੱਦਾਂ ਦਾ ਸਿਸਟਮ ਤੁਹਾਡੇ ਕੋਲ ਨਿਕਲ ਕੇ ਆਉਂਦਾ ਹੈ। ਤਾਂ ਇਹਦੇ ਵਿੱਚ ਦੇਖੋ ਜਿਹੜਾ ਆਹ ਏਰੀਆ ਸ਼ੇਡ ਕਰ ਰਿਹਾ ਇਹਨੂੰ ਬੋਲਦੇ ਆ ਓਵਰਲੈਪਿੰਗ ਜ਼ੋਨ। ਦਿਸ ਇਜ਼ ਯੋਰ ਓਵਰਲੈਪਿੰਗ ਜ਼ੋਨ। ਤਾਂ ਜਦੋਂ ਪਲੱਸ ਦੇ ਨਾਲ ਪਲੱਸ ਹੋ ਰਿਹਾ ਹੈ ਨਾ, ਤੁਹਾਨੂੰ ਮੈਂ ਦੱਸਿਆ ਹੈ, ਤਾਂ ਉਹਦੇ ਕੋਲ ਤੁਹਾਡੇ ਕੋਲ ਬੌਂਡਿੰਗ ਆਰਬਿਟਲ ਬਣਦੀ ਹੈ ਸਿਗਮਾ ਤੇ ਪਾਈ। ਹੁਣ ਦੇਖੋ ਸਿਗਮਾ ਕਦੋਂ ਬਣੂਗੀ, ਸਿਗਮਾ ਬਣਦੀ ਜਦੋਂ ਹੈੱਡ ਟੂ ਹੈੱਡ ਕੋਲੀਜ਼ਨ ਹੋਵੇ। ਜਦੋਂ ਤੁਹਾਡੇ ਕੋਲ ਜੋ ਇੰਟਰਨਿਊਕਲੀਅਰ ਐਕਸਿਸ ਦਿੱਤੀ ਜਿਹੜੀ ਜਿਹਨੂੰ ਆਪਾਂ ਬੋਲਦੇ ਹਾਂ ਮੇਨ ਐਕਸਿਸ, ਹੈ ਨਾ, ਉਹਦੇ ਅਲੋਂਗ ਹੋ ਰਹੀ ਹੈ, ਉਹਦੇ ਪੈਰਲਰ ਹੋ ਰਹੀ ਹੈ ਬੱਚੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਹੈੱਡ ਟੂ ਹੈੱਡ ਕੋਲੀਜ਼ਨ। ਤਾਂ ਉਦੋਂ ਬਣਦਾ ਸਿਗਮਾ ਬੌਂਡ। ਸਿਗਮਾ ਬੌਂਡ ਦੀ ਫੋਰਮੇਸ਼ਨ ਹੁੰਦੀ ਹੈ। ਧਿਆਨ ਰੱਖਣਾ ਆਲਵੇਜ਼ ਜੋ ਵੀ ਆਰਬਿਟਲਸ ਤੁਹਾਡੀਆਂ ਰਾਜੇ ਪਾਰਟਿਸਿਪੇਟ ਕਰ ਰਹੀਆਂ ਨੇ ਅਗਰ ਤੁਹਾਡੇ ਓਵਰਲੈਪ ਦੇ ਵਿੱਚ, ਉਹ ਸ਼ੁੱਡ ਵੀ ਜਾਂ ਤਾਂ ਉਹ ਬੇਟਾ ਕੀ ਹੁੰਦੀ ਸੇਮ ਡਾਇਰੈਕਸ਼ਨ 'ਚ ਹੋਣਗੀਆਂ, ਉਹ ਪੈਰਲਰ ਹੋਣੀਆਂ ਚਾਹੀਦੀਆਂ ਨੇ। ਅਗਰ ਪੈਰਲਰ ਹੋਣਗੀਆਂ ਤਾਂ ਹੀ ਓਵਰਲੈਪ ਕਰ ਸਕਦੇ ਨੇ। ਅਗਰ ਉਹ ਕੁਝ ਐਂਗਲ 'ਤੇ ਪਈਆਂ ਨੇ ਵਿਦ ਰਿਸਪੈਕਟ ਟੂ ਈਚ ਅਦਰ, ਤਾਂ ਉੱਥੇ ਐਂਗਲ ਫੋਰਮੇਸ਼ਨ ਪੋਸੀਬਲ ਨਹੀਂ ਹੈਗਾ। ਇਹ ਥੋੜੇ SS ਓਵਰਲੈਪ ਦੀ ਗੱਲ ਹੋਗੀ। ਇਸੇ ਤਰ੍ਹਾਂ ਅਗਰ ਬੇਟਾ ਮੈਂ P ਓਵਰਲੈਪ ਦੀ ਗੱਲ ਕਰਾਂ ਤਾਂ ਧਿਆਨ ਨਾਲ ਸਮਝਿਓ P ਓਵਰਲੈਪਿੰਗ ਨੂੰ ਲੈ ਕੇ ਇਹ ਵੀ ਕੰਸੈਪਟ ਬਹੁਤ ਇੰਪੋਰਟੈਂਟ ਹੈ। ਜ਼ੈਡ ਐਕਸਿਸ ਆਪਾਂ ਇੱਥੇ ਇੰਟਰਨਿਊਕਲੀਅਰ ਐਕਸਿਸ ਨੂੰ ਮੰਨ ਕੇ ਚੱਲ ਰਹੇ ਹਾਂ, ਤਾਂ ਇਹ ਚੀਜ਼ ਨੂੰ ਧਿਆਨ 'ਚ ਰੱਖਣਾ। ਹੁਣ ਲੈਟ ਸਪੋਜ਼ ਤੁਹਾਡੇ ਕੋਲ ਦਿੱਤੀ ਹੈ P ਦੀ, ਤਾਂ ਅਗਰ ਮੈਂ P ਦੀ ਗੱਲ ਕਰਾਂ PZ ਦੀ, ਤਾਂ PZ ਦੇਖੋ ਤੁਹਾਡੇ ਇੰਟਰਨਿਊਕਲੀਅਰ ਐਕਸਿਸ ਦੇ ਅਲੋਂਗ ਪ੍ਰੈਜ਼ੈਂਟ ਹੋਏਗੀ, ਕਿਉਂਕਿ ਜਿਹੜੀ PZ ਆਰਬਿਟਲ ਹੈ ਉਹ Z ਐਕਸਿਸ ਦੇ ਉੱਪਰ ਲਾਈ ਕਰਦੀ ਹੈ। ਤਾਂ ਦੇਖੋ ਇੱਥੇ ਲੋਬ ਦੇ ਸਾਈਨ ਤੁਹਾਨੂੰ ਪਤਾ, ਇੱਕ ਲੋਬ ਨੈਗੇਟਿਵ ਦੀ ਸਾਈਨ ਹੁੰਦੀ ਹੈ, ਇੱਕ ਪੋਜ਼ਿਟਿਵ ਹੁੰਦੀ ਹੈ। ਤਾਂ ਅਗਰ ਮੈਂ ਪਲੱਸ ਦੇ ਨਾਲ ਪਲੱਸ ਓਵਰਲੈਪਿੰਗ ਕਰਵਾਉਣਾ, ਪਲੱਸ ਦੇ ਨਾਲ ਦੇਖੋ ਪਲੱਸ ਓਵਰਲੈਪ ਹੋ ਜਾਏਗਾ, ਤਾਂ ਇਹਨੂੰ ਬੋਲਦੇ ਹਾਂ ਆਪਾਂ ਐਡੀਟਿਵ ਓਵਰਲੈਪ। ਇਸ ਨੂੰ ਆਪਾਂ ਬੋਲਦੇ ਹਾਂ ਐਡੀਟਿਵ ਓਵਰਲੈਪ, ਕਿਉਂਕਿ ਪਲੱਸ ਨਾਲ ਪਲੱਸ ਓਵਰਲੈਪ ਪੋਸੀਬਲ ਹੈ ਨਾ। ਤਾਂ ਇਹਨੂੰ ਆਪਾਂ ਬੋਲਾਂਗੇ ਬੌਂਡਿੰਗ ਆਪਣੇ ਕੋਲ ਆਰਬਿਟਲ ਦੀ ਫੋਰਮੇਸ਼ਨ ਹੋਏਗੀ। ਹੁਣ ਦੇਖੋ ਜਦੋਂ ਇਹ ਓਵਰਲੈਪਿੰਗ ਹੋਈ, ਨੈਗੇਟਿਵ ਪਾਰਟ ਇੱਥੇ ਪਿਆ ਹੈ, ਪੋਜ਼ਿਟਿਵ ਦੇ ਨਾਲ ਪੋਜ਼ਿਟਿਵ ਓਵਰਲੈਪ ਹੋ ਜਾਏਗਾ, ਇੱਦਾਂ ਦਾ ਸਿਸਟਮ ਬਣ ਜਾਏਗਾ, ਔਰ ਫਿਰ ਤੋਂ ਜਿਹੜਾ ਨੈਗੇਟਿਵ ਪਾਰਟ ਹੈ ਉਹ ਇੱਥੇ ਪ੍ਰੈਜ਼ੈਂਟ ਹੈ, ਤਾਂ ਕੈਂਡੀ ਲਾਈਕ ਦਾ ਸਟਰਕਚਰ ਬਣ ਜਾਂਦਾ ਹੈ। ਤਾਂ ਇਹਦੇ ਵਿੱਚ ਦੇਖੋ ਜਿਹੜਾ ਪਲੱਸ ਨਾਲ ਪਲੱਸ ਓਵਰਲੈਪ ਹੋਇਆ ਹੈ ਇਹ ਅਲੋਂਗ ਦੀ ਮੋਲੀਕੂਲਰ ਐਕਸਿਸ ਹੋਇਆ, ਇੰਟਰਨਿਊਕਲੀਅਰ ਐਕਸਿਸ ਹੋਇਆ ਅਲੋਂਗ।
ਸਿਸਟਮ ਦੇ ਉੱਪਰ ਜੋ ਐਕਸਿਸ ਪ੍ਰੈਜ਼ੈਂਟ ਹੈ, ਇੰਟਰਨਿਊਕਲੀਅਰ ਐਕਸਿਸ ਹੈ, ਉਹਦੇ ਅਲੋਂਗ ਓਵਰਲੈਪ ਹੋਇਆ ਹੈ, ਅਲੋਂਗ ਦੀ ਇੰਟਰਨਿਊਕਲੀਅਰ ਐਕਸਿਸ ਤੁਹਾਡੇ ਕੋਲ ਓਵਰਲੈਪਿੰਗ ਹੋਈ ਹੈ। ਤਾਂ ਜਦੋਂ ਅਲੋਂਗ ਦੀ ਇੰਟਰਨਿਊਕਲੀਅਰ ਐਕਸਿਸ ਓਵਰਲੈਪ ਹੁੰਦੀ ਹੈ ਤਾਂ ਉਦੋਂ ਕਿਹੜਾ ਬੌਂਡ ਬਣਦਾ ਹੈ, ਤੁਹਾਡੇ ਕੋਲੇ ਸਿਗਮਾ ਬੌਂਡ ਦੀ ਫੋਰਮੇਸ਼ਨ ਹੁੰਦੀ ਹੈ। ਸੋ ਦਿਸ ਇਜ਼ ਯੋਰ ਸਿਗਮਾ ਬੌਂਡ। ਧਿਆਨ ਰੱਖਣਾ, ਹਮੇਸ਼ਾ ਜਦੋਂ ਵੀ ਅਲੋਂਗ ਦੀ ਇੰਟਰਨਿਊਕਲੀਅਰ ਐਕਸਿਸ ਹੋਏਗਾ ਤਾਂ ਤੁਹਾਡੇ ਕੋਲ ਕਿਹੜਾ ਬੌਂਡ ਬਣਦਾ ਹੈ, ਸਿਗਮਾ ਬੌਂਡ। ठीक है, अगर एडिटिव ओवरलैप है, और अगर सबट्रैक्टिव ओवरलैप है तो वो बनता है एंटी बॉन्डिंग, मतलब सिग्मा स्टार बनेगा। ध्यान रखना, अगर एडिटिव है तो वो बनेगा थोड़े को सिग्मा बॉन्ड, और अगर एंटी बॉन्डिंग है मतलब अगर थोड़े को सबट्रैक्टिव ओवरलैप है तो थोड़े को एंटी बॉन्डिंग बनेगा। इस तरह मैं इतने इसे क्वेश्चन थोड़ा दस दिना हम कि मान लो लेट सपोज थोड़े को की हो रहा है, इतने हुण एडिटिव की बजाय थोड़े को सबट्रैक्टिव ओवरलैप है। जी मान लो आ नैगेटिव है, ये पॉजिटिव है, दूसरी जी थोड़ी PZ ऑर्बिटल है उत्थे नैगेटिव तो पॉजिटिव है। हुण देखो जो ये आपस दे विच आउणगीਆਂ तो पॉजिटिव के नाल नैगेटिव ओवरलैप पॉसीबल नहीं है। मैं तुहानूं दस्सिया है पॉजिटिव के नाल हमेशा नैगेटिव नाल जो होएगी तो एंटी बॉन्डिंग ऑर्बिटल बनती है, क्योंकि इत्थे अलोंग द इंटरन्यूक्लीयर एक्सिस है। अलोंग द इंटरन्यूक्लीयर एक्सिस दे विच मैं तुहानूं हुणे दस्सिया है कि जो आपां अलोंग द इंटरन्यूक्लीयर एक्सिस लैके चलते हाँ तो हमेशा सिग्मा बॉन्ड बनता है, ये भी चीज़ अपन पता है। तो इत्थे देखो सिस्टम थोड़े कोल इदां दा बन जाएगा, नैगेटिव पॉजिटिव नोड बन जाएगी। इत्थे इत्थे की बन जाएगी, थोड़ी नोड की फॉर्मेशन हो जाएगी। ये चीज़ का ध्यान रखना है। तो नोड फॉर्मेशन होने करके थोड़ा जो सिस्टम है वो स्टेबल नहीं हो पाना। इत्थे नोड है मतलब इत्थे इन बिटवीन दी टू ऑर्बिटल प्रोबेबिलिटी ऑफ फाइंडिंग द इलैक्ट्रॉन की होएगी, थोड़ी जीरो होएगी। तो सबट्रैक्टिव ओवरलैप हो रहा है, अलोंग द इंटरन्यूक्लीयर एक्सिस है, अलोंग द इंटरन्यूक्लीयर एक्सिस होने करके सिग्मा बॉन्ड बनूगा, पर क्योंकि सबट्रैक्टिव ओवरलैप है तो बॉन्डिंग केड़ी होएगी, एंटी बॉन्डिंग मॉलिक्यूलर ऑर्बिटल की फॉर्मेशन होएगी। तो इत्थे बनेगा सिग्मा स्टार बॉन्ड की फॉर्मेशन होएगी। ठीक है, अलोंग द इंटरन्यूक्लीयर एक्सिस है। हुण देखो इत्थे अगे नैक्सट चलते हैं अगेन। हुण मान लो तुहाडे कोल अगर मेरे को PX ते PY ऑर्बिटल है, PX ते PY ऑर्बिटल है, आपां ओहदी गल कर लईए तो देखो हुण PX ते PY ऑर्बिटल की अगर गल करां तो तुहानूं पता है PX परपेंडिकुलर होएगा Z एक्सिस दे, क्योंकि जो PX ऑर्बिटल है वो X एक्सिस के उपर लाई करेगा। X एक्सिस, Y एक्सिस ते Z एक्सिस वो थ्री ऑफ दैम आर म्यूचुअली परपेंडिकुलर टू दी ईच अदर। तो अगर इत्थे मान लो थोड़े को PX इत्थे परपेंडिकुलर लीती है मैं इस एक्सिस के अलोंग, तो हुण देखो अगर दोनों ओवरलैप दिखा रहे हैं एडिटिव, तो प्लस ना प्लस ओवरलैप हो रहा है, नैगेटिव ना नैगेटिव ओवरलैप इज़ पॉसीबल। तो थोड़े को देखो इदां दा सिस्टम बन जाएगा, प्लस नाल प्लस ओवरलैप हो रहा है, नैगेटिव नाल नैगेटिव ओवरलैप हो रहा है, क्योंकि यह परपेंडिकुलर हो रही है, परपेंडिकुलर टू इंटरन्यूक्लीयर एक्सिस, ये अलोंग नहीं हो रही, परपेंडिकुलर टू द इंटरन्यूक्लीयर एक्सिस ओवरलैपिंग हो रही है। तो जो इदां की ओवरलैपिंग होंदी है तो उसनों उदों जो बॉन्ड बनता है थोड़े कोल पाई बॉन्ड की फॉर्मेशन होंदी है, ध्यान रखना। पर क्योंकि ये एडिटिव ओवरलैप है, एडिटिव ओवरलैप है तो किहड़ा बॉन्ड बनूगा थोड़े कोल पाई बॉन्डिंग मॉलिक्यूलर ऑर्बिटल। तो इनू किद्दां डिनोट करदे, देखो उपर वाले नू प्लस के नाल और नीचे वाला किहड़ा सिस्टम बन जाता नैगेटिव, तो इनू इदां डिनोट किया जाता है पाई बॉन्ड नू। ठीक है, सिमिलरली अगर हुण गल करिए, अगर मैं मान लो ये सबट्रैक्टिव ओवरलैप करके दिखावां, मतलब मान लो एक उपर प्लस तो नैगेटिव ओवरलैप है, इत्थे की थोड़े कोल नैगेटिव तो पॉजिटिव है, मतलब एक PX इदां प्रेजेंट है और दूसरी PX इदां प्रेजेंट है। हुण देखो पॉजिटिव दे नाल नैगेटिव और नैगेटिव दे नाल पॉजिटिव, दैट ओवरलैपिंग इज़ नॉट पॉसीबल, है ना। क्योंकि हुण ये देखो होएगा तो परपेंडिकुलर टू द इंटरन्यूक्लीयर एक्सिस हो रहा है तो बनूगा तो पाई बॉन्ड ही, पर क्योंकि इत्थे ओवरलैपिंग नहीं हो रही तो किहड़ी ऑर्बिटल बनूगी, पाई स्टार एंटी बॉन्डिंग मॉलिक्यूलर ऑर्बिटल की फॉर्मेशन होएगी। तो इत्थे क्योंकि बॉन्डिंग तो पॉसीबल ही नहीं, तो जो बॉन्ड है वो इदां थोड़ा जिहा टिल्ट हो जाएगा, क्योंकि इत्थे की होएगा थोड़ा इलैक्ट्रॉन क्लाउड आपस रिपैल करेंगे, जिस करके थोड़ा जिहा स्ट्रक्चर की हो जाएगा, थोड़ा डिस्टोर्ट हो जाएगा, ऑर्बिटल की जो शेप है वो थोड़ी जी डिस्टोर्ट हो जाएगी। तो इत्थे किहड़ा बनेगा थोड़े कोले पाई स्टार बनेगा। तो देखो कहने का मतलब की है ओवरलैपिंग कदों हो रही है, देखो जो थोड़े PX ते PX आपस के की ने दोनों ऑर्बिटल्स की ने थोड़े पैरेलल ने, तो पैरेलल ऑर्बिटल्स अगर ने तो ही इत्थे की है बेटा थोड़ी ओवरलैपिंग पॉसीबल है। हैड टू हैड कोलिजन है, चाहे परपेंडिकुलर कोलिजन्स ने, परपेंडिकुलर ओवरलैप हो रहा है, पैरेलल होना बहुत ज़रूरी है फॉर्मेशन के लिए, थोड़े ऑर्बिटल फॉर्मेशन के लिए, है ना। हुण देखो क्वेश्चन दे विच की पूछा गया सी, क्वेश्चन च पूछा जा रहा है कि जो PX ते PY आपस जो ओवरलैप करनगे तो किस तरह की जो बॉन्डिंग फॉर्मेशन है वो अपनी उत्थे पॉसीबल होएगी, ये आपां दसना है। तो हुण तुसीं देखो PX ते PY देखो आपस दे विच दोनों की ने, दे आर परपेंडिकुलर टू ईच अदर,
PX ਤੇ PY ਆਪਸ ਦੇ ਵਿੱਚ ਕੀ ਨੇ, ਪਰਪੈਂਡੀਕੂਲਰ ਨੇ ਈਚ ਅਦਰ ਦੇ। ਤਾਂ ਅਗਰ PX ਤੇ PY ਆਪਸ 'ਚ ਪਰਪੈਂਡੀਕੂਲਰ ਨੇ, ਦੇਖੋ ਅਗਰ ਮੈਂ PX ਨੂੰ ਇੱਦਾਂ ਡਰਾ ਕਰ ਰਿਹਾ, ਅਗਰ PX ਨੂੰ ਮੈਂ ਇੱਦਾਂ ਡਰਾ ਕਰ ਰਿਹਾ ਬੇਟਾ, ਤਾਂ PY ਦੇਖੋ ਇਹਦੇ ਪਰਪੈਂਡੀਕੂਲਰ ਮੇਥੋਂ ਇੱਦਾਂ ਡਰਾ ਹੋਏਗੀ ਕੁਛ ਐਂਗਲ 'ਤੇ। 3D ਦੇ ਵਿੱਚ ਇਮੈਜਨ ਕਰਿਓ ਤਾਂ ਇੱਦਾਂ ਡਰਾ ਹੋਏਗੀ। ਤਾਂ ਮੰਨ ਲਓ ਅਗਰ ਆਹ PX ਹੈ, ਅਗਰ ਮੈਂ ਉਹਨੂੰ ਕੰਬਾਈਨ ਕਰਕੇ ਕੋਸ਼ਿਸ਼ ਕਰਾਂ ਦਿਖਾਉਣ ਦੀ, ਤਾਂ PY ਨਾ ਇੱਦਾਂ ਦੇ ਕੁਛ ਸਿਸਟਮ ਦੇ ਵਿੱਚ ਹੈ, ਮਤਲਬ 90 ਡਿਗਰੀ 'ਤੇ ਪ੍ਰੈਜੈਂਟ ਹੋਏਗੀ। ਤਾਂ ਕੀ ਇਹ ਆਰਬਿਟਲ ਆਪਸ ਦੇ ਵਿੱਚ ਓਵਰਲੈਪ ਕਰ ਪਾਉਣਗੇ? ਦੈਟ ਇਜ਼ ਨਾਟ ਪੋਸੀਬਲ, ਕਿਉਂਕਿ ਉਹ ਐਂਗਲ 'ਤੇ ਪ੍ਰੈਜੈਂਟ ਹੀ ਨਹੀਂ। ਓਵਰਲੈਪਿੰਗ ਲਈ ਪੋਸੀਬਲ ਕਦੋਂ ਹੈ? ਜਦੋਂ ਦੋਨੋਂ ਆਰਬਿਟਲ ਜਾਂ ਤਾਂ ਪੈਰਲਰ ਹੋਣਗੀਆਂ, ਠੀਕ ਹੈ, ਮਤਲਬ ਤੁਹਾਡੇ ਆਪਸ ਦੇ ਵਿੱਚ। ਤਾਂ ਅਗਰ ਉਹ ਪੈਰਲਰ ਹੋਣਗੀਆਂ ਤਾਂ ਓਵਰਲੈਪ ਹੋ ਸਕਦੀ ਹੈ, ਜਿੱਦਾਂ ਦੀ ਇੱਥੇ ਆਪਾਂ ਗੱਲ ਕੀਤੀ ਪਾਈ ਬੌਂਡ ਦੀ ਫੋਰਮੇਸ਼ਨ ਦੇ ਲਈ, ਹੈ ਨਾ। ਜਾਂ ਉਹ ਇੰਟਰਨਿਊਕਲੀਅਰ ਐਕਸਿਸ 'ਤੇ ਪ੍ਰੈਜੈਂਟ ਹੋਣਗੀਆਂ ਤਾਂ ਓਵਰਲੈਪ ਕਰ ਸਕਦੀਆਂ ਨੇ। ਪਰਪੈਂਡੀਕੂਲਰ ਹੋਣ ਤਾਂ ਵੀ ਕਰ ਸਕਦੀਆਂ ਨੇ, ਬਟ ਪਰਪੈਂਡੀਕੂਲਰ ਕਾਹਦੇ ਹੋਣਗੇ? ਇੰਟਰਨਿਊਕਲੀਅਰ। ਜਿੱਦਾਂ ਹੁਣ ਦੇਖੋ PX ਤੇ PX ਹੈ, ਦੋਨੋਂ ਆਰਬਿਟਲ PX ਸੀਗੀਆਂ, ਪਰਪੈਂਡੀਕੂਲਰ ਹੈ ਤੁਹਾਡੇ Z ਐਕਸਿਸ ਦੀਆਂ, ਬਟ PX ਤੇ PX ਆਪਸ ਦੇ ਵਿੱਚ ਪੈਰਲਰ ਹੈ। ਤਾਂ ਪੈਰਲਰ ਹੋਣ ਕਰਕੇ ਕੀ ਇਹ ਦੋਨੋਂ ਓਵਰਲੈਪ ਕਰ ਗਈਆਂ, ਜਿਸ ਕਰਕੇ ਬੌਂਡ ਫੋਰਮੇਸ਼ਨ ਪੋਸੀਬਲ ਹੈ। ਪਰ PX ਤੇ PY ਦੇ ਆਰ ਨਾਟ ਪੈਰਲਰ ਟੂ ਦੀ ਈਚ ਅਦਰ, ਦੇ ਆਰ ਪਰਪੈਂਡੀਕੂਲਰ ਟੂ ਦੀ ਈਚ ਅਦਰ। PX ਐਕਸ ਮੰਨ ਲਓ ਇਹ ਐਕਸ ਐਕਸਿਸ ਦੇ ਉੱਪਰ ਪ੍ਰੈਜੈਂਟ ਹੈ, ਇਹ ਵਾਈ ਐਕਸਿਸ ਦੇ ਉੱਪਰ ਪ੍ਰੈਜੈਂਟ ਹੈ। ਤਾਂ ਇਹਨਾਂ ਕੋਲੇ ਦੇਖੋ ਐਂਗਲ 'ਤੇ ਹੀ ਫਾਰਮ ਨਹੀਂ ਹੋ ਰਹੀਆਂ ਜਿੱਥੇ ਆਰਬਿਟਲਸ ਆਪਸ 'ਚ ਓਵਰਲੈਪ ਕਰ ਪਾਉਣ। ਤਾਂ ਇੱਥੇ ਨੋ ਓਵਰਲੈਪਿੰਗ, ਇੱਥੇ ਓਵਰਲੈਪ ਪੋਸੀਬਲ ਹੀ ਨਹੀਂ। ਔਰ ਅਗਰ ਕੋਈ ਓਵਰਲੈਪਿੰਗ ਨਹੀਂ ਹੋ ਰਹੀ ਤਾਂ ਨੋ ਬੌਂਡ ਫੋਰਮੇਸ਼ਨ, ਉੱਥੇ ਬੌਂਡ ਫਾਰਮ ਹੋ ਹੀ ਨਹੀਂ ਸਕਦਾ। ਤਾਂ ਕੁਐਸਚਨ 'ਚ ਇਹੀ ਪੁੱਛਿਆ ਗਿਆ ਸੀ, ਤੇ PX ਤੇ PY ਜਦੋਂ ਆਪਸ 'ਚ ਆਪਾਂ ਜੋੜੀਏ ਤਾਂ ਕਿਹੜਾ ਬੌਂਡ ਬਣਦਾ ਹੈ? ਤਾਂ ਕਿਉਂਕਿ ਉੱਥੇ ਓਵਰਲੈਪਿੰਗ ਹੀ ਪੋਸੀਬਲ ਨਹੀਂ ਹੈ, ਬਿਕੋਜ਼ ਬੋਥ ਆਰ ਮਿਊਚੁਅਲੀ ਪਰਪੈਂਡੀਕੂਲਰ ਟੂ ਦੀ ਈਚ ਅਦਰ। ਮਿਊਚੁਅਲੀ ਪਰਪੈਂਡੀਕੂਲਰ ਹੋਣ ਦੇ ਕਰਕੇ ਉਹ ਆਪਸ 'ਚ ਓਵਰਲੈਪ ਹੀ ਨਹੀਂ ਕਰ ਪਾ ਰਹੇ, ਜਿਸ ਕਰਕੇ ਇੱਥੇ ਬੌਂਡ ਫੋਰਮੇਸ਼ਨ ਪੋਸੀਬਲ ਨਹੀਂ ਹੈ। ਇਸ ਕਰਕੇ ਇਸ ਕੁਐਸਚਨ ਦਾ ਜੋ ਕਰੈਕਟ ਆਨਸਰ ਆਉਣਾ ਸੀ ਉਹ ਆਉਣਾ ਸੀ ਡੀ ਆਪਸ਼ਨ। ਆਈ ਹੋਪ ਕਿ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਜਿੰਨਾ ਵੀ ਐਟੋਮਿਕ ਆਰਬਿਟਲ ਦਾ ਕੰਸੈਪਟ ਸੀ ਇੱਥੇ, ਜੋ ਵੀ ਆਪਾਂ MO ਦੇ ਵਿੱਚ ਪੜ੍ਹਦੇ ਹਾਂ, ਡਿਫਰੈਂਟ એનર્ਜੀ ਲੈਵਲਸ, ਹੈ ਨਾ, ਸਿਗਮਾ ਸਟਾਰਸ ਐਂਡ ਆਲ, ਉਹ ਮੈਂ ਸਾਰਾ ਇੱਥੇ ਕਵਰ ਕਰਵਾ ਦਿੱਤਾ ਹੈ। ਆਈ ਹੋਪ ਤੁਹਾਨੂੰ ਵੀਡੀਓ ਸਮਝ ਆਇਆ ਹੋਗਾ, ਕੰਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਣਾ। ਕੋਈ ਵੀ ਡਾਊਟ ਹੈ ਫਿਰ ਵੀ ਤੁਸੀਂ ਕਮੈਂਟ ਸੈਸ਼ਨ 'ਚ ਲਿਖ ਸਕਦੇ ਹੋ। ਕੰਸੈਪਟ ਸਮਝ ਆਇਆ, ਵੀਡੀਓ ਅੱਛੀ ਲੱਗੀ ਤਾਂ ਕਮੈਂਟ ਸੈਸ਼ਨ 'ਚ ਜ਼ਰੂਰ ਆਪਣਾ ਰਿਵਿਊ ਜ਼ਰੂਰ ਦਿਆ ਕਰੋ, ਹੈ ਨਾ। ਸੋ ਇੱਦਾਂ ਦੀ ਕੁਐਸਚਨ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਸ਼ੇਅਰ ਜ਼ਰੂਰ ਕਰਿਆ ਕਰੋ ਫਰੈਂਡ ਸਰਕਲ ਦੇ ਵਿੱਚ। ਬੇਟਾ ਇੱਕ ਨਿੱਕੀ ਜਿਹੀ ਗੱਲ, ਬਸ ਇੱਕ ਗੁਜ਼ਾਰਿਸ਼ ਕਿ ਜ਼ਰੂਰ ਕੰਸਿਸਟੈਂਟ ਜ਼ਰੂਰ ਹੋ ਜਾਓ ਬੇਟਾ ਸਟੱਡੀ ਦੇ ਲਈ। 5 ਤੋਂ 10 ਮਿੰਟ ਜ਼ਰੂਰ ਕੱਢ ਲਿਆ ਕਰੋ ਆਪਣੇ ਕੰਸੈਪਟ ਨੂੰ ਸਿੱਖਣ ਦੇ ਲਈ। ਕੰਸੈਪਟ ਤੁਹਾਡੇ ਲਈ ਨੇ, ਇਹ ਚੀਜ਼ਾਂ ਕਦੇ ਵੀ ਤੁਸੀਂ ਭੁੱਲੋਗੇ ਨਹੀਂ। ਇਹ ਚੀਜ਼ਾਂ ਹਮੇਸ਼ਾ ਤੁਹਾਡੇ ਕੰਮ ਆਉਣਗੀਆਂ। ਅਗਰ ਤੁਸੀਂ ਮਾਸਟਰਸ ਕੀਤੀ ਹੈ ਕੈਮਿਸਟਰੀ ਦੀ, ਬੈਚਲਰ ਹੋ ਬੇਟਾ, ਮੈਡੀਕਲ ਬੈਕਗਰਾਊਂਡ ਹੈ ਚਾਹੇ ਨੋਨ ਮੈਡੀਕਲ ਬੈਕਗਰਾਊਂਡ ਹੈ, ਕੰਸੈਪਟ ਕਿਸੇ ਨੂੰ ਵੀ ਪੜ੍ਹਾਉਣਾ ਬੇਟਾ, ਅਗਰ ਤੁਹਾਨੂੰ ਆਉਂਦਾ ਤੁਸੀਂ ਈਜ਼ੀਲੀ ਕੈਨ ਟੀਚ ਪ੍ਰੋਪਰਲੀ, ਹੈ ਨਾ। ਤਾਂ ਚੀਜ਼ਾਂ ਨੂੰ ਸਿੱਖਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਉਹਨੂੰ ਸਿੱਖੋ ਜ਼ਰੂਰ। ਜਦੋਂ ਪੇਪਰ ਆਇਆ ਬੇਟਾ, ਤੁਸੀਂ ਉਦੋਂ ਰੈਡੀ ਰਹੋਗੇ ਕੰਮ ਨੂੰ ਕਰਨ ਦੇ ਲਈ, ਠੀਕ ਹੈ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਹੈਪੀ ਲਰਨਿੰਗ।